ਸਤਿ ਸ਼੍ਰੀ ਅਕਾਲ। ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਅਜੀਤ ਬੁਲੇਟਿਨ ਵਿੱਚ ਨਿੱਘਾ ਸਵਾਗਤ। ਤੇ ਹੁਣ ਨਜ਼ਰ ਮਾਰ ਲੈਂਦੇ ਆ ਅੱਜ ਦੀਆਂ ਚੋਣਵੀਆਂ ਖਬਰਾਂ ਤੇ। ਕਈ ਰਾਜਾਂ ਵਿੱਚ 2 ਦਿਨ ਭਾਰੀ ਮੀਂਹ ਦੀ ਭਵਿੱਖਬਾਣੀ। ਹਿਮਾਚਲ 'ਚ ਜ਼ਮੀਨ ਖਿਸਕਣ ਦੀ ਦੂਸਰੀ ਘਟਨਾ। ਕੇਦਾਰਨਾਥ ਯਾਤਰਾ ਰੋਕੀ। ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਵਿੱਚ ਗੁਰਦੁਆਰਾ ਸੋਧ ਬਿੱਲ ਰੱਦ। ਕੇਂਦਰ ਨੌਜਵਾਨਾਂ ਦੀ ਊਰਜਾ ਨੂੰ ਸਹੀ ਦਿਸ਼ਾ ਵਿੱਚ ਚਲਾਉਣ ਦੀ ਕਰ ਰਿਹਾ ਹੈ ਕੋਸ਼ਿਸ਼, ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ। ਲੁਧਿਆਣਾ ਐਸਟੀਐਫ ਰੇਂਜ ਪੁਲਿਸ ਨੇ 131 ਗ੍ਰਾਮ ਹੈਰੋਇਨ ਸਮੇਤ ਦੋਸ਼ੀ ਕੀਤਾ ਕਾਬੂ। ਬਠਿੰਡਾ 'ਚ ਕੌਮਾਂਤਰੀ ਨਸ਼ਾ ਵਿਰੋਧੀ ਦਿਵਸ ਮੌਕੇ ਸਾਈਕਲ ਰੈਲੀ ਕੱਢੀ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਤੇ ਇਸ ਦੇ ਨਾਲ ਹੀ ਕੁਝ ਅਹਿਮ ਖਬਰਾਂ ਜਿਨ੍ਹਾਂ ਦਾ ਵਿਸਥਾਰ ਕੁਝ ਇਸ ਤਰ੍ਹਾਂ। ਮੌਸਮ ਵਿਭਾਗ ਵੱਲੋਂ ਅੱਜ ਅਗਲੇ 24 ਘੰਟਿਆਂ ਵਿੱਚ ਮੱਧ ਪ੍ਰਦੇਸ਼ ਸਮੇਤ 25 ਸੂਬਿਆਂ ਵਿੱਚ ਭਾਰੀ ਬਾਰਿਸ਼ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ। ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਵਿੱਚ ਮੀਂਹ ਦੇ ਕਾਰਨ ਪਿਛਲੇ 20 ਘੰਟਿਆਂ ਦੇ ਵਿੱਚ ਜ਼ਮੀਨ ਖਿਸਕਣ ਦੀ ਦੂਸਰੀ ਘਟਨਾ ਵਾਪਰੀ ਹੈ। ਇਸ ਕਾਰਨ 2 ਨੈਸ਼ਨਲ ਹਾਈਵੇ ਸਮੇਤ 380 ਸੜਕਾਂ ਬੰਦ ਨੇ। ਚੰਡੀਗੜ੍ਹ ਮਨਾਲੀ NH21 ਬੰਦ ਕਰ ਦਿੱਤਾ ਗਿਆ ਹੈ ਤੇ ਇਹ ਮਾਰਗ ਦੇ ਉੱਤੇ 10 ਕਿਲੋਮੀਟਰ ਲੰਬਾ ਜਾਮ ਲੱਗਾ ਹੋਇਆ ਹੈ। ਅਜਿਹੇ ਵਿੱਚ ਅੱਜ ਹਾਈਵੇ ਦੇ ਬਹਾਲ ਹੋਣ ਦੀ ਸੰਭਾਵਨਾ ਘੱਟ ਹੈ। ਹਾਈਵੇ ਬੰਦ ਹੋਣ ਦੇ ਕਾਰਨ ਮੰਡੀ, ਪੰਡੋਹ ਅਤੇ ਨਾਗਚਲਾ ਵਿੱਚ ਲੰਬਾ ਜਾਮ ਲੱਗਿਆ ਹੈ ਤੇ ਸੈਂਕੜੇ ਵਾਹਨ ਜਾਮ ਵਿੱਚ ਫਸ ਗਏ ਨੇ। ਤੇ ਇਸ ਦੇ ਨਾਲ ਹੀ ਉੱਤਰਾਖੰਡ ਵਿੱਚ ਭਾਰੀ ਮੀਂਹ ਦੇ ਕਾਰਨ ਬਦਰੀਨਾਥ ਹਾਈਵੇ ਪਾਣੀ ਵਿੱਚ ਰੁੜ ਗਿਆ ਹੈ। ਸੀਐਮ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਹੈ कि खराब मौसम के कारण केदारनाथ यात्रा ਨੂੰ रोक दिता गया है। जो नई टनल बनी है औट के पास, हनोगी के पास, उससे जो पंडोह वाली साइड का जो एरिया है जहाँ खोती नाला उसे कहते हैं, उसमें कल एक फ्लैश फ्लड आ गया था। तो उसके कारण वहाँ पे जो है काफ़ी देर तक जो है NH बंद हो गया था। वो 4 लेन नहीं है, वो पुराना 2 लेन NH ही है। तो क्योंकि कल जो संडे था और बड़ी भारी संख्या में टूरिस्ट मनाली आए हुए थे, वो सब वापस जा रहे थे। इसमें बहुत भारी संख्या में बसें भी हैं और छोटी गाड़ियां भी हैं। इसके अलावा जो रूटीन का ट्रैफिक होता है वो भी है। तो ये कल करीब 3 घंटे तक वहाँ ये लोग जाम में फंसे रहे हैं। लेकिन नाला को जो है कंपनी के द्वारा क्लियर कर उसको पानी को डाइवर्ट करके उस रोड को थ्रू कर दिया गया था। लेकिन उसी दौरान पंडोह और मंडी के बीच में जो हिल कटिंग का काम लगा हुआ है, 4 लेन का ये काम है, तो इसमें भी काफ़ी 3-4 जगहों पे लैंडस्लाइड हो गए थे, रॉक स्लाइड्स हो गए थे। तो ये रोड भी बंद हो गया था। इस रोड को करीब 12 बजे तक रात को क्लियर कर लिया गया था। लेकिन उसके बाद अचानक जो है एक बड़ा भारी लैंडस्लाइड इसी एरिया में, जिसको 6 मील जगह कहा जाता है, मंडी से करीब 7 किलोमीटर है ये जगह, तो वहाँ पे बड़ा भारी लैंडस्लाइड हो गया। तो वो सारे व्हीकल जो हैं वो कल रात शाम 6 बजे से अभी तक जो है वो सड़कों पर ही खड़े हैं, पंडोह से लेके मंडी तक और उससे भी आगे सुंदरनगर की साइड को काफ़ी भारी संख्या में वाहन जो हैं वो रुके हुए हैं। लोग परेशान हैं। लेकिन रात को काम 1:30 बजे तक हुआ है। उसके बाद काम रोकना पड़ा क्योंकि शूटिंग स्टोन थे, कंटिन्यूस फॉल, इंटरमिटेंट फॉलिंग हो रही थी। तो 1:30 बजे रात को काम बंद किया गया। सुबह दोबारा शुरू किया गया है, लेकिन अभी भी करीब 4-1 घंटे जो हैं वो इसको रोड को थ्रू करने में लगेंगे। मशीनें दोनों साइड से काम पे लगी हुई हैं। ਸ਼੍ਰੀ ਹਰਿਮੰਦਰ ਸਾਹਿਬ ਦੇ ਵਿੱਚ ਹੁੰਦੇ ਕੀਰਤਨ ਪ੍ਰਸਾਰਣ ਦੇ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਵਿਧਾਨ ਸਭਾ ਦੇ ਵਿੱਚ ਪਾਸ ਕੀਤੇ ਗੁਰਦੁਆਰਾ ਸੋਧ ਬਿੱਲ ਨੂੰ ਅੱਜ ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਦੇ ਵਿੱਚ ਸਮੂਹ ਮੈਂਬਰਾਂ ਨੇ ਸਰਬਸੰਮਤੀ ਅਤੇ ਇਕਸੁਰ ਦੇ ਨਾਲ ਰੱਦ ਕਰ ਦਿੱਤਾ ਹੈ। ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਇੱਕ ਨੁਕਾਤੀ ਏਜੰਡਾ ਉੱਤੇ ਸੱਦੇ ਹੰਗਾਮੀ ਜਨਰਲ ਇਜਲਾਸ ਦੇ ਵਿੱਚ ਇਹ ਮਤਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੜ੍ਹਿਆ, ਜਿਸ ਨੂੰ ਹਾਲ ਦੇ ਵਿੱਚ ਮੌਜੂਦ ਸਮੂਹ ਮੈਂਬਰਾਂ ਨੇ ਇਕਸੁਰ ਨਾਲ ਜੈਕਾਰਿਆਂ ਦੀ ਗੂੰਜ ਦੇ ਵਿੱਚ ਪ੍ਰਵਾਨਗੀ ਦਿੱਤੀ। ਇਸ ਮਤੇ ਦੇ ਰਾਹੀਂ ਪੰਜਾਬ ਸਰਕਾਰ ਦੀ ਕਾਰਵਾਈ ਨੂੰ ਸਿੱਖ ਧਾਰਮਿਕ ਮਾਮਲਿਆਂ ਦੇ ਵਿੱਚ ਦਖਲਅੰਦਾਜ਼ੀ ਕਰਾਰ ਦਿੱਤਾ ਗਿਆ ਅਤੇ ਇਸ ਦਾ ਸਖਤ ਵਿਰੋਧ ਕੀਤਾ ਗਿਆ। ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਪਾਸ ਕੀਤੇ ਬਿੱਲ ਨੂੰ ਵਾਪਸ ਲਵੇ, ਨਹੀਂ ਤਾਂ ਸ਼੍ਰੋਮਣੀ ਕਮੇਟੀ ਵੱਲੋਂ ਅਕਾਲ ਤਖਤ ਦੀ ਅਗਵਾਈ ਹੇਠ ਮੋਰਚਾ ਸ਼ੁਰੂ ਕੀਤਾ ਜਾਵੇਗਾ। 20 ਤਰੀਕ ਨੂੰ 20/6/2023 ਨੂੰ ਆਮ ਆਦਮੀ ਪਾਰਟੀ ਦੀ ਸਰਕਾਰ, ਜਿਨ੍ਹਾਂ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਆ, ਉਹਨਾਂ ਨੇ ਇੱਕ ਅਸੈਂਬਲੀ ਦੇ ਵਿੱਚ ਵਿਸ਼ੇਸ਼ ਅਜਲਾਸ ਸੱਦਿਆ। ਮੈਂ ਨਹੀਂ ਕਹਿੰਦਾ, ਗਵਰਨਰ ਪੰਜਾਬ ਕਹਿੰਦਾ ਕਿ ਮੈਨੂੰ ਕੋਈ ਏਜੰਡਾ ਨਹੀਂ ਦਿੱਤਾ, ਮੇਰੇ ਕੋਈ ਨੋਟਿਸ 'ਚ ਨਹੀਂ ਗੱਲ ਲਿਆਈ ਕਿ ਕੀ ਹੋਣਾ ਕੀ ਨਹੀਂ ਹੋਣਾ। ਉਹਦੇ ਵਿੱਚ ਇੱਕ ਮਤਾ ਇਹ ਲੈਣ ਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ
ਨਿਰੰਤਰ ਪਵਿੱਤਰ ਗੁਰਬਾਣੀ ਦਾ ਮੁਫਤ ਦੇ ਵਿੱਚ ਜਿਹੜਾ ਆ ਉਹ ਲੋਕਾਂ ਨੂੰ ਆਪਣੇ ਮੁਹੱਈਆ ਕਰਾਵੇ। ਸੋ ਉਹਦੇ ਨਾਲ ਦੀ ਨਾਲ ਉੱਥੇ 3-4 ਮੁੱਦੇ ਉਹਨੇ ਹੋਰ ਬਹੁਤ ਘਿਨਾਉਣੇ ਚੱਕੇ। ਮੈਂ ਘਿਨਾਉਣੇ ਇਸ ਕਰਕੇ ਕਹਿੰਦਾ ਕਿ ਇੱਕ ਉੱਥੇ ਕਿਹਾ ਗਿਆ ਜੀ ਭਈ ਜਦੋਂ ਇੱਕ ਪਰਿਵਾਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਜਾਂਦਾ ਤੇ ਕੀਰਤਨੀ ਜਥੇ ਉੱਠ ਕੇ ਖੜੇ ਹੋ ਜਾਂਦੇ ਆ। ਤੁਸੀਂ ਸਾਰੇ ਪ੍ਰੈਸ ਵਾਲੇ ਆ, ਕਦੇ ਦੱਸੋ ਜੇ ਪਿੰਡ 'ਚ ਵੀ ਕੀਰਤਨ ਹੁੰਦਾ ਹੋਵੇ, ਕਦੇ ਕੋਈ ਵੱਡਾ ਬੰਦਾ ਜਾਵੇ, ਉੱਠਦਾ ਕੋਈ? ਤੇ ਸੱਚਖੰਡ 'ਚੋਂ ਕੌਣ ਉੱਠੂਗਾ? ਇੱਥੇ ਦਾ ਮੋਦੀ ਸਾਹਿਬ, ਇੱਥੇ ਕੁਈਨ ਐਲਿਜ਼ਾਬeth ਉਹ ਆਈ, ਬਹੁਤ ਵੱਡੇ ਲੀਡਰ ਆਉਂਦੇ ਆ, ਕਦੇ ਮਰਿਆਦਾ ਦਾ ਉਲੰਘਣ ਨਹੀਂ ਹੋਇਆ। ਇਹ ਮੁੱਦਾ ਵੱਡਾ ਸੀ ਕਿ ਇਹ ਕੀਰਤਨੀਆਂ ਸਿੰਘਾਂ ਦਾ ਜਿਹੜਾ ਏਡਾ ਵੱਡਾ ਨਿਰਾਦਰ ਕੀਤਾ, ਇਹਦੇ ਲਈ ਤੁਰੰਤ ਇਹ ਮਾਫੀ ਮੰਗਣ। ਉਹ ਤੋਂ ਇਲਾਵਾ ਜਿਹੜੇ MLA ਬੁੱਧ ਰਾਮ ਜੀ, ਉਹਨਾਂ ਨੇ ਨਿਆਣੇ ਜਿੱਦਾਂ ਦੂਣੀ ਦਾ ਪਹਾੜਾ ਪੜ੍ਹਦੇ ਆ, ਐਵੇਂ ਉੱਥੇ ਭਗਤ ਜਨਾਂ ਦਾ ਤੇ ਸਾਡੇ ਸਤਿਕਾਰਯੋਗ ਭੱਟਾਂ ਦਾ ਇਸ ਤਰ੍ਹਾਂ ਉਹ ਨਾਂ ਲਿਆ ਵੀ ਜਿੱਦਾਂ ਸ਼ਾਇਦ ਇੱਕ ਪਹਾੜਾ ਪੜ੍ਹੀ ਦਾ। ਇਸ ਹਾਊਸ ਨੇ ਇਹ ਵੀ ਡਿਸਕਸ ਕੀਤਾ, ਇਹ ਵੀ ਉਹਨਾਂ ਮਨੁੱਖਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਕਿ ਜਿਨ੍ਹਾਂ ਦਾ ਗੁਰੂ ਪੰਜਮ ਪਾਤਸ਼ਾਹ ਨੇ ਏਡਾ ਸਤਿਕਾਰ ਕੀਤਾ ਤੇ ਉਹਨਾਂ ਦੇ ਨਾਮ ਸਖਣੇ ਲਏ ਜਾ ਰਹੇ ਆ। ਕੇਂਦਰੀ ਖੇਡ ਯੁਵਕ ਸੇਵਾਵਾਂ ਅਤੇ ਸੂਚਨਾ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਹੈ ਕਿ ਇੱਕ ਸਮਾਂ ਸੀ ਜਦੋਂ ਖੇਡਾਂ ਵਿੱਚ ਪੰਜਾਬ ਟਾਪਰ ਹੁੰਦਾ ਸੀ ਅਤੇ ਪੰਜਾਬ ਹੀ ਖੇਡਦਾ ਨਜ਼ਰ ਆਉਂਦਾ ਸੀ, ਪਰ ਹੁਣ ਅਜਿਹਾ ਸਮਾਂ ਆ ਗਿਆ ਹੈ ਜਦੋਂ ਪੰਜਾਬ ਨਸ਼ੇ ਦੇ ਵਿੱਚ ਡੁੱਬਦਾ ਜਾਪਦਾ ਹੈ। ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੌਜਵਾਨਾਂ ਦੀ ਊਰਜਾ ਨੂੰ ਸਹੀ ਦਿਸ਼ਾ ਵਿੱਚ ਚਲਾਉਣ ਦੇ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਨਵੇਂ-ਨਵੇਂ ਤਰੀਕੇ ਕੱਢ ਰਹੀ ਹੈ, ਨਵੀਆਂ ਸਕੀਮਾਂ ਲਾਗੂ ਕੀਤੀਆਂ ਜਾ ਰਹੀਆਂ ਨੇ ਤਾਂ ਜੋ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜਿਆ ਜਾ ਸਕੇ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਅੱਜ BSF ਫਰੰਟੀਅਰ ਕੰਪਲੈਕਸ ਵਿੱਚ ਬਣੇ ਹਾਕੀ ਦੇ ਲਈ ਸਿੰਥੈਟਿਕ ਗਰਾਊਂਡ ਦਾ ਉਦਘਾਟਨ ਕਰਨ ਦੇ ਲਈ ਜਲੰਧਰ ਆਏ ਹੋਏ ਸਨ। भारत में खेलों को बढ़ावा देने के लिए नरेंद्र मोदी जी की सरकार ने जहां एक और बजट को 3 गुना से ज़्यादा बढ़ाया है, वहीं पर बहुत सारी योजनाएं खिलाड़ियों के लिए चलाई है, जिसमें टारगेट ओलंपिक पोडियम स्कीम और अन्य खेलो इंडिया सेंटर्स, जो 1000 सेंटर्स हम देश भर में खोल रहे हैं। इसी के चलते BSF, जिसका बहुत बड़ा योगदान भारत की रक्षा सुरक्षा में है, वहीं पर BSF ने आज यहाँ पर लगभग 6 करोड़ रुपए की लागत से शानदार हॉकी एस्ट्रोटर्फ का निर्माण किया है। ये भारत सरकार के खेल मंत्रालय द्वारा दिया गया पैसा। मैं DG साहब श्री नितिन अग्रवाल जी का और उनकी टीम का आभार प्रकट करता हूँ कि समय से पहले इसको तैयार किया कि खिलाड़ियों को सुविधाएं मिल सके। BSF का बहुत बड़ा योगदान भारत की खेलों में भी है, जैसे उनका सुरक्षा के क्षेत्र में भी है। बहुत सारे ऐसे खिलाड़ी हमारे हुए जिन्होंने फ़ौज में रहकर भी खेलों के प्रति बहुत बड़ा योगदान दिया, चाहे मिल्खा सिंह जी की बात करें, पान सिंह तोमर जी की बात करें, अन्य अजीतपाल जी से लेकर बाकी अन्य खिलाड़ियों की बात करें, इन सब का योगदान था। हॉकी की बात करूं तो भारत को 3 गोल्ड मेडल मेजर ध्यानचंद जी ने, तो बलबीर सिंह सीनियर जी ने 3 गोल्ड मेडल। तो एक समय ऐसा था कि भारत का स्वर्णिम दौर अगर मैं कहूँ हॉकी में था, और फिर एक बार 40 वर्षों के बाद अगर टोक्यो ओलंपिक्स में ब्रॉन्ज मेडल भारत की टीम जीत पाई, तो अपने आप में वो सुनहरा पल 40 वर्षों के बाद आया, क्योंकि मोदी सरकार ने खेलों को बढ़ावा देने का कार्य किया और हमारे खिलाड़ियों ने शानदार प्रदर्शन किया। ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਚਲਾਈ ਮੁਹਿੰਮ ਦੇ ਤਹਿਤ ਇੱਕ ਕਾਰ ਸਵਾਰ ਨਸ਼ਾ ਤਸਕਰ ਨੂੰ 131 ਗ੍ਰਾਮ ਹੈਰੋਇਨ ਸਣੇ ਕਾਬੂ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦਿਆਂ ਹੋਇਆ ਜਾਂਚ ਅਧਿਕਾਰੀ ਗੁਲਸ਼ਨ ਕੁਮਾਰ ਨੇ ਦੱਸਿਆ ਕਿ STF ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇੱਕ ਵਿਅਕਤੀ ਅਹਿਮਦਗੜ੍ਹ ਵਾਲੇ ਪਾਸੇ ਤੋਂ ਲੁਧਿਆਣਾ ਵੱਲ ਨੂੰ ਨਸ਼ੇ ਦੀ ਸਪਲਾਈ ਦੇਣ ਦੇ ਲਈ ਜਾ ਰਿਹਾ ਹੈ, ਜਿਸ ਉੱਤੇ ਕਾਰਵਾਈ ਕਰਦਿਆਂ ਹੋਇਆ ਚੰਡੀਗੜ੍ਹ ਰੋਡ ਉੱਤੇ ਮੈਕਡੋਨਲਡ ਦੇ ਕੋਲ ਸਪੈਸ਼ਲ ਨਾਕਾਬੰਦੀ ਦੇ ਦੌਰਾਨ ਇੱਕ ਕਾਰ ਸਵਾਰ ਨੂੰ ਰੋਕ ਕੇ ਤਲਾਸ਼ੀ ਦੇ ਦੌਰਾਨ ਉਸ ਦੇ ਪਾਸੋਂ ਹੈਰੋਇਨ ਬਰਾਮਦ ਹੋਈ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕੱਲ ਮਿਤੀ 25/6/23 ਨੂੰ ਸਾਡੇ ਮਾਨਯੋਗ ਆਈ ਸਾਹਿਬ ਸ਼੍ਰੀ ਕੌਸਤੁਭ ਸ਼ਰਮਾ ਜੀ ਤੇ ਮਾਨਯੋਗ AIG ਸਾਹਿਬ ਦੀ ਰਹਿਨੁਮਾਈ ਹੇਠ ਉਹਨਾਂ ਵੱਲੋਂ ਚਲਾਈ ਗਈ ਵਿਸ਼ੇਸ਼ ਮੁਹਿੰਮ ਦੌਰਾਨ ਮੁਖਬਰ ਦੀ ਆਧਾਰ ਤੇ ਕੱਲ ਨੇੜੇ ਮੈਕਡੋਨਲਡ ਸਾਹਮਣੇ ਪ੍ਰੋਫਾਈਲ ਹਸਪਤਾਲ ਅਸੀਂ ਨਾਕਾਬੰਦੀ ਕੀਤੀ ਹੋਈ ਸੀ। ਦੌਰਾਨੇ ਨਾਕਾਬੰਦੀ ਅਹਿਮਦਗੜ੍ਹ ਵਾਲੀ ਸਾਈਡ ਤੋਂ ਇੱਕ ਲੈਂਸਰ ਕਾਰ ਆਉਂਦੀ ਦਿਖਾਈ ਦਿੱਤੀ,
ਜਿਸ ਨੂੰ ਅਸੀਂ ਸ਼ੱਕ ਦੇ ਬਿਹਾਵ ਤੇ ਰੋਕ ਕੇ ਉਸ ਦੀ ਚੈਕਿੰਗ ਕੀਤੀ। ਦੌਰਾਨੇ ਚੈਕਿੰਗ ਕਾਰ ਦੇ ਵਿੱਚੋਂ 115 ਗ੍ਰਾਮ ਹੈਰੋਇਨ ਬਰਾਮਦ ਹੋਈ। ਫਿਰ ਉਸ ਤੋਂ ਬਾਅਦ ਉਹਦੀ ਪੁੱਛਗਿੱਛ ਦੇ ਆਧਾਰ ਦੇ ਉੱਤੇ 27 ਐਵੀਡੈਂਸ ਐਕਟ ਦੇ ਆਧਾਰ ਦੇ ਉੱਤੇ ਉਹਦੇ ਘਰੋਂ 16 ਗ੍ਰਾਮ ਹੈਰੋਇਨ ਤੇ 12,000 ਰੁਪਇਆ ਡਰੱਗ ਮਨੀ ਬਰਾਮਦ ਹੋਈ। ਕੀ ਕਾਰਵਾਈ ਕਰ ਰਹੀ ਹੈ ਐਸਟੀਐਫ ਨੂੰ? ਸਰ ਐਸਟੀਐਫ ਇਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕਰ ਰਹੀ ਹੈ ਜੀ। FIR ਲੌਜ ਹੋ ਗਈ ਹੈ। ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਫਰਦਰ ਰਿਮਾਂਡ ਲਿਆ ਜਾਏਗਾ ਔਰ ਪਤਾ ਕੀਤਾ ਜਾਏਗਾ ਕਿ ਇਹ ਕਿੰਨਾਂ ਤੋਂ ਲੈ ਕੇ ਆਉਂਦੇ ਨੇ ਤੇ ਕਿੰਨਾਂ ਨੂੰ ਅੱਗੇ ਵੇਚਦੇ ਨੇ। ਪਹਿਲਾਂ ਕਿੰਨੇ ਮਾਮਲੇ ਦਰਜ ਇਹਨਾਂ ਦੇ? ਸਰ ਇਹਦੀ ਪੁੱਛਗਿੱਛ ਦੇ ਆਧਾਰ ਦੇ ਉੱਤੇ ਇਹਦੇ ਉੱਤੇ ਪਹਿਲਾਂ ਇੱਕ ਮੁਕੱਦਮਾ ਥਾਣਾ NDPX ਦਾ ਥਾਣਾ ਮਲੌਦ ਵਿੱਚ ਦਰਜ ਹੈ ਜੀ। ਤੇ ਸਰ ਖੁਦ ਵੀ ਐਡਿਕਟ ਨੇ? ਜੀ ਸਰ, ਇਹਦਾ ਪਤਾ ਲੱਗਿਆ ਕਿ ਇਹ ਖੁਦ ਵੀ ਪੀਂਦਾ ਹੈ ਜੀ। ਬਾਕੀ ਦਾ ਡੋਪ ਟੈਸਟ ਕਰਵਾਇਆ ਜਾਏਗਾ। ਬਠਿੰਡਾ ਵਿਖੇ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਦੇ ਮੌਕੇ ਪੁਲਿਸ ਦੇ ਵੱਲੋਂ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਦੇ ਲਈ ਇੱਕ ਸਾਈਕਲ ਰੈਲੀ ਕੱਢੀ ਗਈ ਹੈ। ਇਸ ਸਾਈਕਲ ਰੈਲੀ ਨੂੰ ਪੁਲਿਸ ਲਾਈਨ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ ਹੈ। ਰੈਲੀ ਦੇ ਵਿੱਚ ਪੁਲਿਸ ਮੁਲਾਜ਼ਮਾਂ ਤੋਂ ਇਲਾਵਾ ਸ਼ਹਿਰ ਦੀਆਂ ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਅਤੇ ਆਮ ਲੋਕਾਂ ਨੇ ਵੀ ਸ਼ਮੂਲੀਅਤ ਕੀਤੀ। ਇਹ ਰੈਲੀ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਦੇ ਵਿੱਚੋਂ ਹੁੰਦੀ ਹੋਈ ਫਾਇਰ ਬ੍ਰਿਗੇਡ ਨੇੜੇ ਸਮਾਪਤ ਹੋਈ। ਇਸ ਦੇ ਨਾਲ ਹੀ ਬਠਿੰਡਾ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਵੱਲੋਂ ਵਿਸ਼ਵ ਨਸ਼ਾ ਵਿਰੋਧੀ ਦਿਵਸ ਤੇ ਬਾਲ ਭਵਨ ਵਿਖੇ ਨਸ਼ਿਆਂ ਦੇ ਖਿਲਾਫ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦੇ ਵਿੱਚ ਬ੍ਰਹਮ ਕੁਮਾਰੀ ਨੇ ਨਸ਼ਿਆਂ ਦੇ ਬੁਰੇ ਪ੍ਰਭਾਵ ਬਾਰੇ ਚਾਨਣਾ ਪਾਇਆ। ਅੱਜ ਅਸੀਂ ਨਸ਼ਾ ਮੁਕਤ ਅਭਿਆਨ ਦੇ ਤਹਿਤ ਇੱਥੇ ਛੋਟਾ ਜਿਹਾ ਪ੍ਰੋਗਰਾਮ ਕੰਡਕਟ ਕੀਤਾ। ਉਹ ਵੀ ਕੀ ਕਹਿੰਦੇ ਨੇ ਬ੍ਰਹਮ ਕੁਮਾਰੀ ਜੀ ਸ਼ਿਵਾਨੀ ਦੀਦੀ ਇੱਥੇ ਆਏ ਤੇ ਉਹਨਾਂ ਨੇ ਆਪਣੇ ਵਿਚਾਰ ਪੇਸ਼ ਕੀਤੇ ਹਨ। ਤੇ ਜਿਹੜੀ ਛੋਟੀਆਂ ਗੱਲਾਂ ਹੈਗੀਆਂ ਨੇ ਇਹ ਵੀ ਸੌਖੀਆਂ ਜਿਹੜੀਆਂ ਸਮਝ ਆ ਜਾਣ ਸਾਰੇ ਬੱਚਿਆਂ ਨੂੰ। ਮੇਨ ਸਾਡਾ ਹੈਗਾ ਸੀ ਵੀ ਥੋੜਾ ਜਿਹਾ ਬੱਚਿਆਂ ਨੂੰ ਵੀ ਅਸੀਂ ਇੱਥੇ ਅਵੇਅਰ ਕਰੀਏ, ਸੁਚੇਤ ਕਰੀਏ ਕਿ ਇਹ ਨਸ਼ਿਆਂ ਤੋਂ ਉਹ ਦੂਰ ਰਹਿਣ। ਜਿਵੇਂ ਕਿ એનર્ਜੀ ਡਰਿੰਕ ਦਾ ਹੈਗਾ, ਜਿੱਥੇ ਸਵਾਲ ਹੈ ਕਿ ਪੇਰੈਂਟਸ ਦਿੰਦੇ ਨੇ ਤੇ ਪਹਿਲਾਂ ਉਹੀ ਨਾ ਕਰਨ। ਠੀਕ ਹੈ, ਆਪਾਂ ਪੜ੍ਹਦੇ ਹਾਂ ਕਿ ਇਹ ਵੀ ਡਰਿੰਕ ਸਹੀ ਨਹੀਂ ਹੈਗਾ ਇਹ ਉਹ, ਤੇ ਜੇ ਪੇਰੈਂਟਸ ਹੀ ਨਾ ਕਰਨਗੇ ਤਾਂ ਮੈਨੂਫੈਕਚਰਿੰਗ ਆਪਣੇ ਆਪ ਹੀ ਘੱਟ ਹੋ ਜਾਣੀ ਹੈ। ਠੀਕ ਹੈ, ਕਿ ਇਸ ਚੀਜ਼ਾਂ ਕਿ ਜਿੰਨਾ ਵੀ ਆਪਣੀ ਕੁਦਰਤੀ ਖੇਤੀ ਜਿਵੇਂ ਕਿ ਆਰਗੈਨਿਕ ਵਗੈਰਾ ਉਹਦੇ ਵੱਲ ਜ਼ਿਆਦਾ ਜਾਣ। ਠੀਕ ਹੈ, ਵੀ ਇਹ ਨਸ਼ਿਆਂ ਜਿਹੜੀ ਵੀ ਕੀ ਮੈਡਮ ਕਹਿੰਦੇ ਵੀ ਪੈਸਟੀਸਾਈਡ ਇੰਨੇ ਵੀ ਹੋ ਰਹੇ ਵੀ ਆਪਾਂ ਛੋਟੀ ਆਪਣੀ ਕਿਚਨ ਗਾਰਡਨਿੰਗ ਬਣਾਈਏ, ਆਪਣੇ ਹੀ ਥੋੜਾ ਜਿਹਾ ਆਪਣੀ ਐਫਰਟਸ ਕੋਸ਼ਿਸ਼ ਕਰਕੇ ਆਪਣੀ ਵੀ ਪੈਦਾਵਾਰ ਕਰੀਏ ਵੀ ਜਿਹੜੀ ਇਹ ਚੀਜ਼ਾਂ ਤੋਂ ਅਸੀਂ ਦੂਰ ਹੋਈਏ। ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਤਾਜ਼ਾ ਘਟਨਾ ਸਾਹਮਣੇ ਆਈ ਹੈ ਫਰੀਦਕੋਟ ਤੋਂ, ਜਿੱਥੇ ਇੱਕ ਨੌਜਵਾਨ ਚੋਰ ਨੂੰ ਲੋਕਾਂ ਨੇ ਚੋਰੀ ਕਰਕੇ ਭਜਾ ਕੇ ਲੈ ਕੇ ਜਾ ਰਹੇ ਬੁਲਟ ਮੋਟਰਸਾਈਕਲ ਸਮੇਤ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਫਰੀਦਕੋਟ ਜ਼ਿਲ੍ਹੇ ਦੇ ਪਿੰਡ ਫਿਡੇ ਕਲਾਂ ਦੇ ਲੋਕਾਂ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਇੱਕ ਵਿਅਕਤੀ ਫਰੀਦਕੋਟ ਦੀਆਂ ਨਹਿਰਾਂ ਦੇ ਨਾਲ ਬੁਲਟ ਮੋਟਰਸਾਈਕਲ ਉੱਤੇ ਆ ਰਿਹਾ ਸੀ। ਜਦੋਂ ਉਸ ਦਾ ਮੋਟਰਸਾਈਕਲ ਬੰਦ ਹੋ ਗਿਆ ਤਾਂ ਮੌਕੇ ਉੱਤੇ ਕੁਝ ਲੋਕਾਂ ਨੇ ਉਸ ਦੀ ਸ਼ੱਕ ਪੈਣ ਉੱਤੇ ਜਾਣਕਾਰੀ ਹਾਸਲ ਕਰਨੀ ਚਾਹੀ ਤਾਂ ਉਸਨੇ ਹੱਥ ਵਿੱਚ ਕੁਝ ਪਦਾਰਥ ਨਹਿਰ ਦੇ ਵਿੱਚ ਸੁੱਟ ਦਿੱਤੇ ਅਤੇ ਖੇਤਾਂ ਦੇ ਵਿੱਚ ਭੱਜਣ ਲੱਗਾ ਤਾਂ ਉਸ ਨੂੰ ਮੌਕੇ ਉੱਤੇ ਫੜ ਲਿਆ ਗਿਆ। ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦਾ ਇੱਕ ਸਟੂਡੈਂਟ ਹੈ ਜੀ, MBBS ਦਾ ਸੈਕੰਡ ਈਅਰ ਦਾ। ਉਹਨੇ ਆਪਣਾ ਬਾਈਕ ਉੱਥੇ ਮੈਡੀਕਲ ਕਾਲਜ ਦੇ ਵਿੱਚ ਲਗਾਇਆ ਹੋਇਆ ਸੀਗਾ ਤੇ ਉੱਥੋਂ ਕੋਈ ਚੋਰ ਨੇ ਮੋਟਰਸਾਈਕਲ ਚੋਰੀ ਕਰਕੇ ਤੇ ਉੱਥੋਂ ਦੌੜ ਗਿਆ ਸੀਗਾ ਤੇ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਹੈਗਾ ਤੇ ਲੀਗਲ ਪ੍ਰੋਸੀਡਿੰਗ ਚੱਲ ਰਹੀਆਂ ਹੈਗੀਆਂ, FIR ਰਜਿਸਟਰ ਕਰ ਰਹੇ ਹਾਂ। ਬਾਕੀ ਦੇਖਦੇ ਹਾਂ ਕੋਈ ਹੋਰ ਵੀ ਗੱਲ ਸਾਹਮਣੇ ਆਉਂਦੀ ਹੈ। ਜਿਹੜਾ ਮੁੰਡਾ ਕਿੱਥੇ ਜਾ ਕੇ ਰਿਕਵਰ ਕੀਤਾ ਮੋਟਰਸਾਈਕਲ, ਕਿਵੇਂ ਕੀਤਾ, ਕੀ ਹੋਇਆ? ਇਹ ਤਫਤੀਸ਼ ਅਸੀਂ ਕਰ ਰਹੇ ਹੈਗੇ ਆ। ਪੁਲਿਸ ਪਾਰਟੀ ਮੇਰੀ ਵਾਪਸ ਲੈ ਕੇ ਆਈ ਹੈਗੀ ਆ। ਹੁਣ ਦੇਖਦੇ ਹਾਂ ਕਿ ਅਜੇ ਜਸਟ ਤੁਸੀਂ ਨਾਲ ਦੀ ਨਾਲ ਆਇਓ, ਹੁਣੇ ਪਾਰਟੀ ਮੇਰੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਲੈ ਕੇ ਆਈ ਆ। ਅਸੀਂ ਬੰਦੀ ਲੀਗਲ ਪ੍ਰੋਸੀਡਿੰਗ ਕਰਾਂਗੇ, ਅੱਗੇ ਵੀ ਰਿਕਵਰੀ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇਹਦੇ ਕੋਈ ਹੋਰ ਵੀ ਚੋਰੀਆਂ ਕੀਤੀਆਂ ਤੇ ਉਹ ਸਾਹਮਣੇ ਲੈ ਕੇ ਆਵਾਂਗੇ। ਸ਼੍ਰੋਮਣੀ ਕਮੇਟੀ ਵੱਲੋਂ ਅੱਜ ਸੱਦੇ ਗਏ ਸਪੈਸ਼ਲ ਸੈਸ਼ਨ ਦੇ ਵਿੱਚ ਜਦੋਂ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਮਤਾ ਪੇਸ਼ ਕੀਤਾ ਤਾਂ ਉਸ ਵਿੱਚ ਨਾਂ ਭਗਵੰਤ ਸਿੰਘ ਮਾਨ ਪੜਿਆ। ਇਸ ਉੱਤੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਤੇ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕਿਰਨਜੋਤ ਕੌਰ ਨੇ ਇਤਰਾਜ਼ ਕੀਤਾ ਕਿ ਜਦੋਂ ਭਗਵੰਤ ਮਾਨ ਆਪਣੇ ਨਾਮ ਦੇ ਨਾਲ ਸਿੰਘ ਸ਼ਬਦ ਨਹੀਂ ਲਗਾਉਂਦੇ ਤਾਂ ਫਿਰ ਮਤੇ ਵਿੱਚ ਵੀ ਸਿੰਘ ਸ਼ਬਦ ਉਹਨਾਂ ਦੇ ਨਾਂ ਨਾਲ ਨਾ ਜੋੜਿਆ ਜਾਵੇ। ਉੱਥੇ ਹੀ ਇਜਲਾਸ ਤੋਂ ਪਹਿਲਾਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਅਸੀਂ ਸਰਕਾਰ ਦੇ ਫੈਸਲੇ ਤੋਂ ਖੁਸ਼ ਨਹੀਂ ਹਾਂ, ਅਸੀਂ ਇਸ ਦਾ ਵਿਰੋਧ ਕਰਾਂਗੇ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਮੈਂ ਸ਼੍ਰੋਮਣੀ ਕਮੇਟੀ ਦੀ ਹਾਂ ਤੇ ਸ਼੍ਰੋਮਣੀ ਕਮੇਟੀ ਮੇਰੀ ਹੈ। ਮੈਂ ਲਗਾਤਾਰ ਕਹਿੰਦੀ ਆ ਰਹੀ ਹਾਂ ਕਿ ਗੁਰਬਾਣੀ ਪ੍ਰਸਾਰਣ ਹੋਵੇ ਜਾਂ ਐਕਟ ਵਿੱਚ ਸੋਧ ਦੀ ਗੱਲ ਹੋਵੇ, ਇਹ ਸਾਡਾ ਸਾਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਧਿਕਾਰ ਹੈ। ਅਸੀਂ ਕੀ ਇੱਥੇ ਕਰਨਾ, ਕਿੱਦਾਂ ਕਰਨਾ, ਕਿਹੜੀ ਸੋਧ ਕਰਨੀ ਹੈ, ਕੋਈ ਸਰਕਾਰ ਇਹਦੇ 'ਚ ਦਖਲਅੰਦਾਜ਼ੀ ਨਹੀਂ ਕਰ ਸਕਦੀ।
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਮਾਨਸਾ ਪੁਲਿਸ ਵੱਲੋਂ ਪੋਤਸੀ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ਉੱਤੇ ਲਿਆਂਦੇ ਜੋਗਿੰਦਰ ਸਿੰਘ ਜੋਗਾ ਨਾਮੀ ਵਿਅਕਤੀ ਨੂੰ ਮਾਨਸਾ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ। ਮਾਣਯੋਗ ਅਦਾਲਤ ਦੇ ਵੱਲੋਂ ਪੁਲਿਸ ਨੂੰ 2 ਦਿਨ ਦਾ ਰਿਮਾਂਡ ਦੇ ਦਿੱਤਾ ਗਿਆ ਹੈ ਅਤੇ ਮੁੜ 28 ਜੂਨ ਨੂੰ ਮਾਣਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਦੌਰਾਨ ਪੁਲਿਸ ਦੇ ਵੱਲੋਂ ਮਾਣਯੋਗ ਅਦਾਲਤ ਦੇ ਵਿੱਚ ਆਪਣਾ ਪੱਖ ਰੱਖਿਆ ਗਿਆ ਕਿ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਵਿੱਚ 4 ਜੋ ਹਰਿਆਣਾ ਮੋਡਿਊਲ ਦੇ ਸ਼ੂਟਰ ਸਨ ਉਹਨਾਂ ਨੂੰ ਠਹਿਰਾਅ ਦੇ ਲਈ ਜਗ੍ਹਾ ਉਪਲਬਧ ਕਰਵਾਈ ਗਈ ਸੀ ਅਤੇ ਪੁਲਿਸ ਨੇ ਇਸ ਤੋਂ ਪਤਾ ਕਰਨਾ ਹੈ ਕਿ ਉਹਨਾਂ ਵਿਅਕਤੀਆਂ ਨੂੰ ਕਿੱਥੇ-ਕਿੱਥੇ ਠਹਿਰਾਇਆ ਗਿਆ ਹੈ ਤੇ ਹਥਿਆਰਾਂ ਸੰਬੰਧੀ ਜਾਂਚ ਕਰਨੀ ਹੈ। ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਨਾਮਜ਼ਦ ਬਾਕੀ ਵਿਅਕਤੀਆਂ ਦੀ ਵੀ 28 ਜੂਨ ਨੂੰ ਮਾਨਸਾ ਅਦਾਲਤ ਦੇ ਵਿੱਚ ਪੇਸ਼ੀ ਹੋਵੇਗੀ ਅਤੇ ਮਾਣਯੋਗ ਅਦਾਲਤ ਦੇ ਵੱਲੋਂ ਵੱਖ-ਵੱਖ ਜੇਲ੍ਹਾਂ ਦੇ ਜੇਲ੍ਹ ਸੁਪਰਡੈਂਟਾਂ ਨੂੰ ਆਦੇਸ਼ ਜਾਰੀ ਕੀਤਾ ਗਿਆ ਸੀ ਕਿ ਇਹਨਾਂ ਸਾਰੇ ਵਿਅਕਤੀਆਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇ। ਜੋਗਿੰਦਰ ਸਿੰਘ ਜੋਗਾ ਜਿਹੜਾ 103 ਨੰਬਰ ਸਿੱਧੂ ਮੂਸੇਵਾਲੇ ਮਰਡਰ ਕੇਸ ਦੀ ਜਿਹੜੀ ਹੈਗੀ ਹੈ ਉਹਦੇ ਵਿੱਚ ਇਹ ਪੀਓ ਡਿਕਲੇਅਰ ਹੋਇਆ ਸੀਗਾ, ਜਿਸ ਚ ਜਿਹੜੀ ਪੁਲਿਸ ਹੈਗੀ ਹੈ ਇਹਨੂੰ ਪ੍ਰੋਡਕਸ਼ਨ ਵਾਰੰਟ ਤੇ ਗੁੜਗਾਉਂ ਦੀ ਇੱਕ ਜੇਲ੍ਹ ਚੋਂ ਲੈ ਕੇ ਆਈ ਹੈ, ਜਿਹਦੇ ਸੰਬੰਧ ਵਿੱਚ ਇਹਨੂੰ ਅੱਜ ਪੇਸ਼ ਕੀਤਾ ਸੀ। ਪੇਸ਼ ਕਰਨ ਉਪਰੰਤ ਜਿਹੜਾ ਹੈਗਾ ਉਹਦੇ ਪਹਿਲਾਂ ਉਹਨੂੰ ਅਰੈਸਟ ਕਰਨ ਦੀ ਪਰਮਿਸ਼ਨ ਮਿਲੀ ਕੋਰਟ ਤੋਂ, ਬਾਅਦ ਚ ਉਹਦਾ 7 ਦਿਨਾਂ ਦਾ ਰਿਮਾਂਡ ਮੰਗਿਆ ਗਿਆ ਪ੍ਰੋਸੀਕਿਊਸ਼ਨ ਵੱਲੋਂ, ਜਿਸ ਚ ਕੋਰਟ ਨੇ 28/6/2023 ਨੂੰ ਉਹਨੂੰ ਦੁਬਾਰੇ ਜਿਹੜਾ ਹੈਗਾ ਪੇਸ਼ ਕਰਨ ਦਾ ਹੁਕਮ ਫਰਮਾਇਆ ਤੇ ਪ੍ਰੋਸੀਕਿਊਸ਼ਨ ਨੇ ਇਹਦੇ ਵਿੱਚ ਪੁੱਛਗਿੱਛ ਲਈ ਇਹ ਰੱਖਿਆ ਸੀ ਆਪਦਾ ਪੱਖ ਕਿ ਜਿਹੜਾ ਇਹ ਜੋਗਿੰਦਰ ਸਿੰਘ ਜੋਗਾ ਹੈਗਾ ਇਹਨੇ ਜਿਹੜੇ ਸਿੱਧੂ ਮਰਡਰ ਕੇਸ ਚ 4 ਜਿਹੜੇ ਸ਼ੂਟਰ ਸੀਗੇ ਉਹਨਾਂ ਨੂੰ ਠਹਿਰਾਅ ਉੱਥੇ ਰੈਜ਼ੀਡੈਂਸ ਪ੍ਰੋਵਾਈਡ ਕਰਾਈ ਸੀਗੀ, ਜਿਹਦੇ ਸੰਬੰਧ ਵਿੱਚ ਪੁਲਿਸ ਨੇ ਪੁੱਛਣਾ ਕਿ ਇਹਨੂੰ ਕਿੱਥੇ-ਕਿੱਥੇ ਠਹਿਰਾਇਆ ਗਿਆ ਤੇ ਜਿਹੜੇ ਉਹਨਾਂ ਕੋਲ ਹਥਿਆਰ ਸੀਗੇ ਉਹਨਾਂ ਬਾਰੇ ਜਿਹੜਾ ਹੈਗਾ ਪੁਲਿਸ ਨੇ ਤੋਂ ਇਨਵੈਸਟੀਗੇਸ਼ਨ ਕਰਨੀ ਹੈ। ਵਕੀਲ ਸਾਹਿਬ ਕਿੱਥੋਂ ਲੈ ਕੇ ਆਉਂਦਾ ਇਹਨੂੰ ਹੁਣ? ਇਹਨੂੰ ਇੱਕ ਡਿਸਟ੍ਰਿਕਟ ਜੇਲ੍ਹ ਹੈ ਕੋਈ ਗੁੜਗਾਉਂ ਦੇ ਵਿੱਚ, ਉੱਥੇ ਇਹਨਾਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਏ ਨੇ। ਪੰਜਾਬ ਸਰਕਾਰ ਵੱਲੋਂ ਅੱਜ ਜਾਰੀ ਕੀਤੇ ਹੁਕਮਾਂ ਦੇ ਤਹਿਤ 1993 ਬੈਂਚ ਦੇ IAS ਅਧਿਕਾਰੀ ਸ਼੍ਰੀ ਅਨੁਰਾਗ ਵਰਮਾ ਸੂਬੇ ਦੇ ਨਵੇਂ ਮੁੱਖ ਸਕੱਤਰ ਹੋਣਗੇ। ਉਹ 1 ਜੁਲਾਈ 2023 ਨੂੰ ਸੂਬੇ ਦੇ 42ਵੇਂ ਮੁੱਖ ਸਕੱਤਰ ਵਜੋਂ ਕਾਰਜਭਾਰ ਸੰਭਾਲਣਗੇ। ਸ਼੍ਰੀ ਵਰਮਾ ਮੌਜੂਦਾ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਦੀ ਥਾਂ ਲੈਣਗੇ, ਜੋ 30 ਜੂਨ 2023 ਨੂੰ ਸੇਵਾ ਮੁਕਤ ਹੋ ਰਹੇ ਨੇ। ਸ਼੍ਰੀ ਅਨੁਰਾਗ ਵਰਮਾ ਮੌਜੂਦਾ ਸਮੇਂ ਵਧੀਕ ਮੁੱਖ ਸਕੱਤਰ ਗ੍ਰਹਿ ਉਦਯੋਗ ਤੇ ਕਾਮਰਸ, ਕਾਨੂੰਨੀ ਤੇ ਵਿਧਾਨਿਕ ਮਾਮਲੇ, ਸੂਚਨਾ ਤਕਨਾਲੋਜੀ ਅਤੇ ਨਿਵੇਸ਼ ਪ੍ਰੋਤਸਾਹਨ ਹਨ ਤੇ ਨਵੇਂ ਆਦੇਸ਼ਾਂ ਦੇ ਮੁਤਾਬਕ ਵਰਮਾ ਜੀ ਕੋਲ ਮੁੱਖ ਸਕੱਤਰ ਤੋਂ ਇਲਾਵਾ ਪ੍ਰਮੁੱਖ ਸਕੱਤਰ, ਪਰਸੋਨਲ ਤੇ ਵਿਜੀਲੈਂਸ ਦਾ ਵਾਧੂ ਚਾਰਜ ਰਹੇਗਾ। ਸੁਪਰੀਮ ਕੋਰਟ ਵੱਲੋਂ ਕਠੂਆ ਜਬਰ ਜਨਾਹ ਅਤੇ ਕਤਲ ਦੇ ਦੋਸ਼ੀ ਸ਼ੁਭਮ ਸਾਂਗਰਾ ਨੂੰ ਬਾਲਗ ਕਰਾਰ ਦਿੱਤੇ ਜਾਣ ਤੋਂ ਬਾਅਦ ਉਸ ਦਾ ਕੇਸ ਪਠਾਨਕੋਟ ਦੀ ਅਦਾਲਤ ਦੇ ਵਿੱਚ ਮੁੜ ਸ਼ੁਰੂ ਹੋ ਗਿਆ ਹੈ, ਜਿਸ ਦੇ ਕਾਰਨ ਉਸ ਨੂੰ ਅੱਜ ਪੇਸ਼ੀ ਦੇ ਲਈ ਪਠਾਨਕੋਟ ਲਿਆਂਦਾ ਗਿਆ ਅਤੇ ਅਦਾਲਤ ਨੇ ਕੇਸ ਦੀ ਸੁਣਵਾਈ ਮੁਲਤਵੀ ਕਰ ਦਿੱਤੀ ਹੈ। ਅਗਲੀ ਸੁਣਵਾਈ 28 ਜੂਨ ਨੂੰ ਰੱਖੀ ਗਈ ਹੈ ਤੇ 2018 ਦੇ ਇਸ ਕੇਸ ਦੇ ਦੋਸ਼ੀ ਸਾਂਗਰਾ ਨੂੰ ਸੁਪਰੀਮ ਕੋਰਟ ਨੇ ਨਵੰਬਰ 2022 ਦੇ ਵਿੱਚ ਬਾਲਗ ਕਰਾਰ ਦਿੱਤਾ ਸੀ, ਜਿਸ ਤੋਂ ਬਾਅਦ ਵਿੱਚ ਮਾਣਯੋਗ ਅਦਾਲਤ ਨੇ ਇਸ ਦੀ ਮੁੜ ਸੁਣਵਾਈ ਦੇ ਹੁਕਮ ਦਿੱਤੇ ਹਨ, ਜਿਸ ਤੋਂ ਬਾਅਦ ਵਿੱਚ ਹੁਣ ਇਸ ਦੀ ਸੁਣਵਾਈ ਪਠਾਨਕੋਟ ਜ਼ਿਲ੍ਹਾ ਸੈਸ਼ਨ ਅਦਾਲਤ ਵਿੱਚ ਸ਼ੁਰੂ ਹੋ ਗਈ ਹੈ, ਜਿਸ ਨੂੰ ਅੱਜ ਪੇਸ਼ ਕੀਤਾ ਗਿਆ ਤੇ ਹੁਣ 28 ਜੂਨ ਨੂੰ ਮੁੜ ਸੁਣਵਾਈ ਹੋਵੇਗੀ, ਜਿਸ ਉੱਤੇ ਥਾਣਾ ਸੰਗਰਾ ਸਮੇਤ 8 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕਠੂਆ ਰੇਪ ਕੇਸ ਦੇ ਵਿੱਚ ਸ਼ੁਭਮ ਸਾਂਗੜਾ ਜਿਹੜਾ ਸੀ ਉਹ ਜੁਵਨਾਈਲ ਹੀ, ਜੋ ਆਨਰੇਬਲ ਸੁਪਰੀਮ ਕੋਰਟ ਨੇ ਉਹਨੂੰ ਮੇਜਰ ਕਰਤਾ, ਇਸ ਵਾਸਤੇ ਉਹਦਾ ਟ੍ਰਾਇਲ ਦੁਬਾਰਾ ਪਠਾਨਕੋਟ ਭੇਜਤਾ। ਅੱਜ ਉਹਦੀ ਹੀਅਰਿੰਗ ਸੀ, ਉਹਦੇ ਚ ਇੱਕ ਬੇਲ ਐਪਲੀਕੇਸ਼ਨ ਲਾਈ ਸੀ ਤੇ ਨੋਟੀਫਿਕੇਸ਼ਨ ਕੀਤੀ ਹੈ ਉਹਨਾਂ ਨੇ 4 J&K ਗਵਰਨਮੈਂਟ ਨੇ ਸਪੈਸ਼ਲ ਪਬਲਿਕ ਪ੍ਰੋਸੀਕਿਊਟਰ ਅਪਾਇੰਟ ਕੀਤੇ ਨੇ। ਉਹਨਾਂ ਦਾ ਸੀਨੀਅਰ ਜਿਹੜਾ ਪਬਲਿਕ ਪ੍ਰੋਸੀਕਿਊਟਰ ਸੀ ਉਹ ਅੱਜ ਨਹੀਂ ਹੈ ਤੇ ਕੁਝ ਡਾਕੂਮੈਂਟ ਕੋਰਟ ਨੇ ਮੰਗੇ ਤੇ ਉਹਨਾਂ ਨੇ 28 ਤਰੀਕ ਪਾਈ ਹੈ। 28 ਤਰੀਕ ਬੇਲ ਐਪਲੀਕੇਸ਼ਨ ਤੇ ਆਰਗੂਮੈਂਟ ਹੋਏਗਾ। ਇਹ ਸੀ ਅਜੀਤ ਦਾ ਵਿਸ਼ੇਸ਼ ਬੁਲੇਟਿਨ। ਇਸੇ ਤਰ੍ਹਾਂ ਹੋਰ ਨਵੀਆਂ ਖਬਰਾਂ ਲੈ ਕੇ ਜਲਦੀ ਹਾਜ਼ਰ ਹੋਵਾਂਗੇ। ਬਣੇ ਰਹੋ ਅਜੀਤ ਵੈਬ ਟੀਵੀ ਦੇ ਨਾਲ।